Hello students, I am Shrestha Gupta from Dr. Hari Singh Sevak Senior Secondary School, Kotkapura. In today's video, we will discuss poem The Little Black Boy written by William Blake. ਵਿਲੀਅਮ ਬਲੇਕ ਜੀ ਬਾਰੇ ਜਾਣਦੇ ਹਾਂ। ਵਿਲੀਅਮ ਬਲੇਕ ਜੀ ਦਾ ਜਨਮ 28 ਨਵੰਬਰ 1757 ਨੂੰ ਲੰਡਨ ਦੇ ਵਿੱਚ ਹੋਇਆ ਸੀ। ਉਹ ਇੰਗਲਿਸ਼ ਪੋਇਟ, ਪੇਂਟਰ ਤੇ ਪ੍ਰਿੰਟ ਮੇਕਰ ਵੀ ਸੀ, ਪਰ ਉਹਨਾਂ ਨੂੰ ਆਪਣੀ ਲਾਈਫ ਟਾਈਮ ਦੇ ਦੌਰਾਨ ਕੋਈ ਰੈਕੋਗਨੀਸ਼ਨ ਨਹੀਂ ਸੀ ਮਿਲੀ, ਮਤਲਬ ਕਿ ਉਹਨਾਂ ਨੂੰ ਅਣਗੌਲਿਆ ਹੀ ਕਰ ਦਿੱਤਾ ਗਿਆ ਸੀ। ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਕੰਮ ਨੂੰ ਪਹਿਚਾਣ ਮਿਲੀ। ਉਹਨਾਂ ਨੇ 10 ਸਾਲ ਦੀ ਉਮਰ ਦੇ ਵਿੱਚ ਸਕੂਲ ਛੱਡ ਦਿੱਤਾ ਸੀ ਤੇ ਜਿਹੜੀ ਵੀ ਉਹਨਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਸੀ ਉਹ ਆਪਣੇ ਮਦਰ ਤੋਂ ਘਰੋਂ ਹੀ ਪ੍ਰਾਪਤ ਕੀਤੀ ਸੀ। ਇਹ ਜਿਹੜੀ ਪੋਇਮ ਹੈ ਦ ਲਿਟਲ ਬਲੈਕ ਬॉय ਉਹਨਾਂ ਦੇ ਸੌਂਗਸ ਆਫ ਇਨੋਸੈਂਸ ਦੇ ਵਿੱਚ ਸ਼ਾਮਲ ਹੈ। ਉਹਨਾਂ ਦੇ ਸੌਂਗਸ ਆਫ ਇਨੋਸੈਂਸ ਤੇ ਸੌਂਗਸ ਆਫ ਐਕਸਪੀਰੀਅੰਸ ਬਹੁਤ ਹੀ ਪਪੂਲਰ ਹੋਏ। ਉਹ ਸੌਂਗਸ ਆਫ ਇਨੋਸੈਂਸ ਹੈ ਉਹ ਬੇਸਡ ਔਨ ਚਾਈਲਡਹੁੱਡ ਹੈ, ਪਿਓਰਿਟੀ ਤੇ ਇਨੋਸੈਂਸ ਹੈ। ਇਹ ਜਿਹੜੀਆਂ ਪੋਇਮਸ ਜਿੰਨੀਆਂ ਵੀ ਉਹਨਾਂ ਨੇ ਲਿਖੀਆਂ ਇਹਨਾਂ ਦੇ ਵਿੱਚ ਨਦਾਨੀਅਤ ਹੈ, ਮਾਸੂਮੀਅਤ ਹੈ, ਭੋਲਾਪਨ ਹੈ। ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਤਾਂ ਉਸ ਦੀ ਉਹ ਨਦਾਨੀ, ਮਾਸੂਮੀਅਤ ਤੇ ਭੋਲਾਪਨ ਹੈ ਜਿਹੜਾ ਉਹ ਹੌਲੀ ਹੌਲੀ ਖਤਮ ਹੋ ਜਾਂਦਾ ਹੈ। ਸੋ ਜੋ ਉਹਨਾਂ ਨੇ ਸੌਂਗਸ ਆਫ ਐਕਸਪੀਰੀਅੰਸ ਲਿਖੇ ਹੈ ਦੇ ਆਰ ਬੇਸਡ ਔਨ ਅਡਲਟਹੁੱਡ ਐਂਡ ਕਰਪਸ਼ਨ। ਦ ਲਿਟਲ ਬਲੈਕ ਬॉय ਉਹਨਾਂ ਦੀ ਸੌਂਗਸ ਆਫ ਇਨੋਸੈਂਸ ਦੇ ਵਿੱਚੋਂ ਲਈ ਗਈ ਹੈ। ਅਗਰ ਅਸੀਂ ਪੋਇਮ ਦੀ ਰਾਈਮਿੰਗ ਸਕੀਮ ਦੀ ਗੱਲ ਕਰਾਂਗੇ ਤਾਂ ਅਸੀਂ ਹਰ ਲਾਈਨ ਦੇ ਆਖਰੀ ਵਰਡ ਦੀ ਸਾਊਂਡ ਨੂੰ ਦੇਖਾਂਗੇ। ਤਾਂ ਇੱਥੇ ਜਿਹੜਾ ਲਾਸਟ ਵਰਡ ਹੈ ਪਹਿਲੀ ਲਾਈਨ ਦਾ ਉਹ ਹੈ ਵਾਈਲਡ। ਵਾਈਲਡ ਦੀ ਤੇ ਚਾਈਲਡ ਦੀ ਦੋਨਾਂ ਦੀ ਸਾਊਂਡ ਸੇਮ ਹੈ। ਇਸੇ ਤਰ੍ਹਾਂ ਦੂਸਰੀ ਲਾਈਨ ਦਾ ਆਖਰੀ ਵਰਡ ਵਾਈਟ ਤੇ ਚੌਥੀ ਲਾਈਨ ਦਾ ਆਖਰੀ ਵਰਡ ਲਾਈਟ, ਇਹਨਾਂ ਦੋਨਾਂ ਦੀ ਵੀ ਸਾਊਂਡ ਸੇਮ ਹੈ। ਵਾਈਲਡ ਦੀ ਮੈਚਿੰਗ ਚਾਈਲਡ ਨਾਲ ਤੇ ਵਾਈਟ ਦੀ ਮੈਚਿੰਗ ਲਾਈਟ ਨਾਲ ਹੋ ਰਹੀ ਹੈ। ਅਗਰ ਅਸੀਂ ਵਾਈਲਡ ਤੇ ਚਾਈਲਡ ਦੋਹਾਂ ਦੀ ਸਾਊਂਡ ਨੂੰ ਏ ਲੈਟ ਕਰ ਲਈਏ ਤਾਂ ਫਿਰ ਵਾਈਟ ਤੇ ਲਾਈਟ ਇਹਨਾਂ ਦੋਨਾਂ ਦੀ ਸਾਊਂਡ ਨੂੰ ਬੀ ਮੰਨ ਲਵਾਂਗੇ। ਤਾਂ ਇਸ ਤਰੀਕੇ ਸਾਡੀ ਜਿਹੜੀ ਰਾਈਮਿੰਗ ਸਕੀਮ ਹੈ ਉਹ ਬਣ ਜਾਏਗੀ ਏ ਬੀ। ਸਟੂਡੈਂਟਸ, ਇਸ ਪੋਇਮ ਦਾ ਜੋ ਸੀਨ ਹੈ ਉਹ ਅਫਰੀਕਾ ਦਾ ਹੈ। ਜਿਸ ਵੇਲੇ ਪੋਇਮ ਲਿਖੀ ਗਈ ਸੀ ਤਾਂ ਉਸ ਵੇਲੇ ਅਫਰੀਕਾ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਸੀਗਾ। ਅੰਗਰੇਜ਼ਾਂ ਨੇ ਅਫਰੀਕਾ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇਸ ਲਈ ਇਹ ਜਿਹੜੀ ਪੋਇਮ ਹੈ ਇਹ ਰੇਸਿਜ਼ਮ ਤੇ ਸਲੇਵਰੀ ਤੇ ਬੇਸਡ ਹੈ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸਲੇਵਰੀ ਸੀ ਉਹ ਲੀਗਲ ਸੀ। ਵਿਦਿਆਰਥੀਓ, ਇਹ ਪੋਇਮ ਨਸਲ ਅਤੇ ਰੰਗ ਦੇ ਭੇਦਭਾਵ ਬਾਰੇ ਹੈ। ਇਸ ਪੋਇਮ ਦੇ ਵਿੱਚ ਇੱਕ ਬਲੈਕ ਕਲਰ ਦਾ ਛੋਟਾ ਜਿਹਾ ਲੜਕਾ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਬਿਹੇਵੀਅਰ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ। ਉਹ ਇਹਦੀ ਗੱਲ ਆਪਣੀ ਮਦਰ ਨਾਲ ਕਰਦਾ ਹੈ ਤੇ ਉਸ ਦੀ ਮਦਰ ਜਿਹੜੀ ਹੈਗੀ ਹੈ ਉਹਨੂੰ ਸਮਝਾਉਂਦੀ ਹੈ ਤੇ ਮਾਨਵਤਾ ਦਾ ਪਾਠ ਪੜ੍ਹਾਉਂਦੀ ਹੈ। ਲੈਟਸ ਰੀਡ ਦਾ ਪੋਇਮ। ਮਾਈ ਮਦਰ ਬੋਰ ਮੀ ਇਨ ਦਾ ਸਾਊਦਰਨ ਵਾਈਲਡ and I am black, but oh, my soul is white. White as an angel is the English child, but I am black as if bereaved of light. ਬੱਚਾ ਕਹਿੰਦਾ ਕਿ ਮੇਰੀ ਮਾਂ ਨੇ ਮੈਨੂੰ ਦੱਖਣੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਜਨਮ ਦਿੱਤਾ ਹੈ। ਮੇਰਾ ਰੰਗ ਕਾਲਾ ਹੈ, ਪਰ ਜਿਹੜੀ ਮੇਰੀ ਰੂਹ ਹੈ, ਮੇਰੀ ਆਤਮਾ ਹੈ ਜਿਹੜੀ ਉਹ ਬਿਲਕੁਲ ਸਫੈਦ ਹੈ, ਅੰਗਰੇਜ਼ ਬੱਚੇ ਦੀ ਤਰ੍ਹਾਂ। ਉਹ ਅੰਗਰੇਜ਼ ਬੱਚੇ ਨੂੰ ਇੱਕ ਐਂਜਲ ਕਹਿੰਦਾ, ਇੱਕ ਫਰਿਸ਼ਤਾ ਕਹਿੰਦਾ ਹੈ, ਕਿਉਂਕਿ ਅੰਗਰੇਜ਼ ਬੱਚੇ ਦੀ ਜਿਹੜੀ ਸਕਿਨ ਹੈਗੀ ਹੈ ਉਹ ਸਫੇਦ ਕਲਰ ਦੀ ਹੈ ਤੇ ਜਿੰਨੇ ਐਂਜਲਸ ਹੁੰਦੇ ਹੈ, ਦੇਵਤੇ ਹੁੰਦੇ ਹੈ, ਉਹਨਾਂ ਨੂੰ ਹਮੇਸ਼ਾ ਹੀ ਸਫੇਦ ਪੋਸ਼ਾਕ ਦੇ ਵਿੱਚ ਦਿਖਾਇਆ ਜਾਂਦਾ ਹੈ। ਇਸ ਲਈ ਉਸ ਬੱਚੇ ਨੂੰ ਅੰਗਰੇਜ਼ ਬੱਚਾ ਇੱਕ ਦੇਵਤਿਆਂ ਦੀ ਤਰ੍ਹਾਂ, ਫਰਿਸ਼ਤਿਆਂ ਦੀ ਤਰ੍ਹਾਂ ਲੱਗਦਾ ਹੈ। ਮਾਈ ਮਦਰ ਟੌਟ ਮੀ ਅੰਡਰਨੀਥ ਏ ਟਰੀ। ਮੇਰੀ ਮਦਰ ਨੇ ਮੈਨੂੰ ਇੱਕ ਦਰਖਤ ਦੇ ਹੇਠਾਂ ਸਮਝਾਇਆ। ਐਂਡ ਸਿਟਿੰਗ ਡਾਊਨ ਬਿਫੋਰ ਦਾ ਹੀਟ ਆਫ ਡੇ, ਤੇ ਦਿਨ ਦੀ ਗਰਮੀ ਤੋਂ ਪਹਿਲਾਂ she took me on her lap and kissed me. ਉਹਨੇ ਮੈਨੂੰ ਗੋਦੀ 'ਚ ਚੁੱਕਿਆ, ਪਿਆਰ ਕੀਤਾ। and pointing to the east began to say, ਤੇ ਫਿਰ ਈਸਟ ਡਾਇਰੈਕਸ਼ਨ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ, look on the rising sun, ਨਿਕਲਦੇ ਹੋਏ ਸੂਰਜ ਵੱਲ ਵੇਖੋ। there God does live, ਉੱਥੇ ਪਰਮਾਤਮਾ ਰਹਿੰਦਾ ਹੈ। and gives his light and gives his heat away, ਉਹ ਆਪਣੀ ਰੌਸ਼ਨੀ ਤੇ ਆਪਣੀ ਗਰਮੀ ਸਭ ਨੂੰ ਦਿੰਦਾ ਹੈ। and flowers and trees and beasts and men receive ਕੰਫਰਟ ਇਨ ਮਾਰਨਿੰਗ, ਜੋਏ ਇਨ ਦਾ ਨੂਨ ਡੇ। ਸਾਰੇ ਫੁੱਲ, ਬੂਟੇ, ਦਰਖਤ ਤੇ ਪ੍ਰਾਣੀ ਹੈ ਜਿਹੜੇ ਉਹ ਸਵੇਰ ਵੇਲੇ ਆਰਾਮ ਹਾਸਲ ਕਰਦੇ ਹੈ ਤੇ ਦੁਪਹਿਰ ਵੇਲੇ ਖੁਸ਼ੀ ਪ੍ਰਾਪਤ ਕਰਦੇ ਹੈ। ਲੜਕੇ ਦੀ ਮਦਰ ਅੱਗੇ ਸਮਝਾਉਂਦੀ ਹੈ ਦੈਟ ਵੀ ਆਰ ਪੁੱਟ ਔਨ ਅਰਥ ਅ ਲਿਟਲ ਸਪੇਸ। ਪੁੱਟ ਹੁੰਦਾ ਸੈਂਟ, ਭੇਜਣਾ, ਔਰ ਲਿਟਲ ਸਪੇਸ ਮੀਨਿੰਗ ਫॉर ਏ ਸ਼ਾਰਟ ਸਪੈਨ, ਥੋੜ੍ਹੇ ਸਮੇਂ ਦੇ ਲਈ। ਸਾਨੂੰ ਧਰਤੀ ਦੇ ਉੱਤੇ ਥੋੜ੍ਹੇ ਸਮੇਂ ਦੇ ਲਈ ਭੇਜਿਆ ਗਿਆ ਹੈ। ਦੈਟ ਵੀ ਮੇ ਲਰਨ ਟੂ ਬੀਅਰ ਦਾ ਬੀਮਸ ਆਫ ਲਵ,
ਬੀਮਸ ਆਫ ਲਵ ਪਿਆਰ ਦੀਆਂ ਕਿਰਨਾਂ, ਤਾਂ ਕਿ ਅਸੀਂ ਪਿਆਰ ਦੀਆਂ ਕਿਰਨਾਂ ਨੂੰ ਸਹਿਣ ਕਰਨਾ ਸਿੱਖ ਲਈਏ। ਐਂਡ ਥੀਸ ਬਲੈਕ ਬਾਡੀਜ਼ ਐਂਡ ਦਿਸ ਸਨ ਬਰਨਡ ਫੇਸ, ਸਨ ਬਰਨਡ ਦਾ ਮੀਨਿੰਗ ਹੈ ਧੁੱਪ ਦੇ ਨਾਲ ਝੁਲਸਿਆ ਹੋਇਆ ਚਿਹਰਾ, ਤੇ ਕਾਲੀਆਂ ਬਾਡੀਜ਼ ਤੇ ਧੁੱਪ ਦੇ ਨਾਲ ਝੁਲਸਿਆ ਹੋਇਆ ਚਿਹਰਾ ਇਜ਼ ਬਟ ਏ ਕਲਾਊਡ ਐਂਡ ਲਾਈਕ ਏ ਸ਼ੇਡੀ ਗਰੂਵ, ਇਹ ਬੱਦਲ ਦੀ ਤਰ੍ਹਾਂ ਹੈ, ਦਰਖਤਾਂ ਦੇ ਝੁੰਡ ਦੀ ਤਰ੍ਹਾਂ ਹੈ। ਇਹਨਾਂ ਲਾਈਨਸ ਦੇ ਵਿੱਚ ਬਲੈਕ ਬਾਡੀਜ਼ ਤੇ ਸੂਰਜ ਦੀ ਗਰਮੀ ਨਾਲ ਝੁਲਸੇ ਹੋਏ ਫੇਸ ਦੀ ਤੁਲਨਾ ਜਿਹੜੀ ਹੈ ਉਹ ਕਲਾਊਡ ਦੇ ਨਾਲ ਤੇ ਜਾਂ ਦਰਖਤਾਂ ਦੇ ਝੁੰਡ ਦੇ ਨਾਲ ਕੀਤੀ ਹੋਈ ਹੈ, ਜੋ ਕਿ ਸੂਰਜ ਦੀ ਰੌਸ਼ਨੀ ਨੂੰ ਛੁਪਾ ਲੈਂਦੇ ਹੈ। For when our souls have learned the heat to bear, the clouds will vanish, we shall hear his voice। ਤਾਂ ਹੁਣ ਲੜਕੇ ਦੀ ਮਦਰ ਉਸ ਨੂੰ ਸਮਝਾਉਂਦੀ ਹੈ ਕਿ ਜਦੋਂ ਸਾਡੀਆਂ ਰੂਹਾਂ ਪਿਆਰ ਦੀ ਗਰਮੀ ਨੂੰ ਸਹਿਣਾ ਸਿੱਖ ਲੈਣਗੀਆਂ ਤਾਂ ਜਿਹੜੇ ਕਲਾਊਡਸ ਹੈ ਉਹ ਵੈਨਿਸ਼ ਹੋ ਜਾਣਗੇ, ਮਤਲਬ ਖਤਮ ਹੋ ਜਾਣਗੇ, ਅਲੋਪ ਹੋ ਜਾਣਗੇ। ਇੱਥੇ ਉਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਸ ਵੇਲੇ ਜੋ ਕਲਰ ਡਿਫਰੈਂਸ ਹੈ ਉਸ ਦੀ ਕੋਈ ਇੰਪੋਰਟੈਂਸ ਨਹੀਂ ਰਹੂਗੀ। ਵੀ ਸ਼ੈਲ ਹੀਅਰ ਹਿਜ਼ ਵੋਇਸ, ਸਾਨੂੰ ਉਸ ਵੇਲੇ ਉਸ ਪਰਮਾਤਮਾ ਦੀ ਆਵਾਜ਼ ਸੁਣਾਈ ਦੇਵੇਗੀ, ਸੇਇੰਗ ਕਮ ਆਊਟ ਫਰੋਮ ਦ ਗਰੂਵ ਮਾਈ ਲਵ ਐਂਡ ਕੇਅਰ ਐਂਡ ਰਾਊਂਡ ਮਾਈ ਗੋਲਡਨ ਟੈਂਟ ਲਾਈਕ ਲੈਂਬਸ ਰੀਜੋਇਸ। ਅਤੇ ਉਹ ਪਰਮਾਤਮਾ ਦੀ ਆਵਾਜ਼ ਸਾਨੂੰ ਕੀ ਕਹੇਗੀ ਕਿ ਆਓ ਦਰਖਤਾਂ ਦੇ ਝੁੰਡ ਤੋਂ ਬਾਹਰ ਆਓ ਅਤੇ ਮੇਰੇ ਗੋਲਡਨ ਟੈਂਟ ਦੇ ਦੁਆਲੇ ਲੈਂਬਸ ਦੀ ਤਰ੍ਹਾਂ, ਲੈਂਬਸ ਹੁੰਦੇ ਬੱਕਰੀ ਦੇ ਬੱਚੇ, ਬੱਕਰੀ ਦੇ ਬੱਚਿਆਂ ਦੀ ਤਰ੍ਹਾਂ ਆ ਕੇ ਖੇਡੋ ਅਤੇ ਆਨੰਦ ਮਾਣੋ। Thus did my mother say and kissed me and thus I say to little English boy। ਅਤੇ ਇਸ ਤਰ੍ਹਾਂ ਉਹ ਲੜਕਾ ਕਹਿੰਦਾ ਕਿ ਮੇਰੀ ਮਦਰ ਨੇ ਮੈਨੂੰ ਇਹ ਕਿਹਾ, ਮੈਨੂੰ ਪਿਆਰ ਕੀਤਾ, ਅਤੇ ਹੁਣ ਕਹਿੰਦਾ ਇਹੀ ਮੈਂ ਇੰਗਲਿਸ਼ ਬੋਏ ਨੂੰ, ਵਾਈਟ ਬੱਚੇ ਨੂੰ ਕਹਿ ਰਿਹਾ। When I from black and he from white cloud free and round the tent of God like lambs we joy। ਕਹਿੰਦਾ ਕਿ ਮੈਂ ਜਦੋਂ ਬਲੈਕ ਕਲਾਊਡਸ ਤੋਂ ਅਤੇ ਉਹ ਲੜਕਾ ਜਦੋਂ ਵਾਈਟ ਕਲਾਊਡਸ ਤੋਂ ਆਜ਼ਾਦ ਹੋ ਜਾਏਗਾ ਤਾਂ ਉਹ ਪਰਮਾਤਮਾ ਦੇ ਗੋਲਡਨ ਟੈਂਟ ਦੇ ਕੋਲ ਲੈਂਬਸ ਦੀ ਤਰ੍ਹਾਂ ਇੰਜੋਏ ਕਰਨਗੇ, ਖੇਡਣਗੇ। ਇੱਥੇ ਇਹਨਾਂ ਲਾਈਨਸ 'ਚ ਇਹ ਮੀਨਿੰਗ ਹੈ ਕਿ ਜਦੋਂ ਵਾਈਟ ਬੋਏ ਅਤੇ ਬਲੈਕ ਬੋਏ ਦੋਵੇਂ ਆਪਣੇ ਰੰਗ ਭੇਦ ਨੂੰ ਭੁੱਲ ਜਾਣਗੇ ਤਾਂ ਦੋਵੇਂ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਜਾਣਗੇ ਅਤੇ ਫਿਰ ਉਹਨਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਏਗੀ। I'll shade him from the heat till he can bear to lean and enjoy upon our father's knee। ਤਾਂ ਉਹ ਬਲੈਕ ਬੋਏ ਕਹਿੰਦਾ ਹੈਗਾ ਕਿ ਮੈਂ ਉਸ ਨੂੰ ਉਦੋਂ ਤੱਕ ਗਰਮੀ ਤੋਂ ਬਚਾਊਂਗਾ ਜਦੋਂ ਤੱਕ ਉਹ ਸਾਡੇ ਫਾਦਰ, ਇੱਥੇ ਫਾਦਰ ਦਾ ਮਤਲਬ ਪਰਮਾਤਮਾ ਹੈ, ਪਰਮਾਤਮਾ ਦੇ ਗੋਡਿਆਂ 'ਤੇ ਪਿਆਰ ਦੇ ਨਾਲ ਜਦੋਂ ਤੱਕ ਉਹ ਝੁਕਣਾ ਨਹੀਂ ਸਿੱਖ ਲੈਂਦਾ। ਲਈ ਇਹਨਾਂ ਲਾਈਨਸ ਦੇ ਵਿੱਚ ਬਲੈਕ ਬੋਏ ਇਹ ਕਹਿੰਦਾ ਕਿ ਉਹ ਵਾਈਟ ਬੋਏ ਨੂੰ ਹੇਟਰਡ ਦੀ ਗਰਮੀ ਤੋਂ, ਨਫ਼ਰਤ ਦੀ ਗਰਮੀ ਤੋਂ ਬਚਾਊਗਾ ਅਤੇ ਉਹ ਉਦੋਂ ਤੱਕ ਇਹ ਸਭ ਕੁਝ ਕੰਟੀਨਿਊ ਕਰੂਗਾ ਜਦੋਂ ਤੱਕ ਵਾਈਟ ਬੋਏ ਨੂੰ ਇਸ ਗੱਲ ਦਾ ਅਹਿਸਾਸ ਨਾ ਹੋ ਜੇ ਕਿ ਬਲੈਕ ਬੋਏ ਅਤੇ ਵਾਈਟ ਬੋਏ ਦੋਨੋਂ ਹੀ ਇੱਕੋ ਹੀ ਬਾਪ ਦੇ ਬੇਟੇ ਹੈ, ਇੱਕੋ ਹੀ ਪਰਮਾਤਮਾ ਦੇ ਬੱਚੇ ਹੈ। ਐਂਡ ਦੈਨ ਆਈਲ ਸਟੈਂਡ ਐਂਡ ਸਟ੍ਰੋਕ ਹਿਜ਼ ਸਿਲਵਰ ਹੇਅਰ ਐਂਡ ਬੀ ਲਾਈਕ ਹਿਮ ਐਂਡ ਹੀ ਵਿਲ ਦੈਨ ਲਵ ਮੀ। ਫਿਰ ਮੈਂ ਉਸਦੇ ਚਾਂਦੀ ਵਰਗੇ ਵਾਲਾਂ ਨੂੰ ਪੁਚਕਾਰੂੰਗਾ ਅਤੇ ਉਹਦੇ ਵਰਗਾ ਬਣ ਜਾਊਂਗਾ ਅਤੇ ਉਹ ਵੀ ਮੈਨੂੰ ਪਿਆਰ ਕਰੇਗਾ। ਸੋ ਡੀਅਰ ਸਟੂਡੈਂਟਸ, ਇਹ ਪੋਇਮ ਸਾਨੂੰ ਯੂਨੀਵਰਸਲ ਬ੍ਰਦਰਹੁੱਡ ਦਾ ਮੈਸੇਜ ਦਿੰਦੀ ਹੈ। ਪਰਮਾਤਮਾ ਨੇ ਸਾਨੂੰ ਇਸ ਸੰਸਾਰ ਵਿੱਚ ਇਸ ਲਈ ਭੇਜਿਆ ਹੈ ਕਿ ਅਸੀਂ ਸਾਰੇ ਇੱਕ ਦੂਸਰੇ ਨਾਲ ਪਿਆਰ ਕਰੀਏ। ਪਰਮਾਤਮਾ ਦੇ ਸਾਹਮਣੇ ਸਾਰੇ ਮਨੁੱਖ ਬਰਾਬਰ ਹੈ। ਤਾਂ ਆਈ ਹੋਪ ਤੁਹਾਨੂੰ ਇਹ ਪੋਇਮ ਅੱਛੀ ਤਰ੍ਹਾਂ ਸਮਝ ਆ ਗਈ ਹੋਏਗੀ। ਥੈਂਕ ਯੂ, ਹੈਵ ਏ ਨਾਈਸ ਡੇ।